ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਇੱਕ ਅਜਿਹੇ ਮੁੱਦੇ ਤੇ ਗੱਲ ਕਰਾਂਗੇ ਜੋ ਕਿ ਸਾਡੇ ਮੁੱਖ ਤੌਰ ਤੇ ਗੱਲ ਕਰੀਏ ਔਰਤਾਂ ਨਾਲ ਜੁੜਿਆ ਹੋਇਆ ਹੈ। ਔਰਤਾਂ ਦੇ ਨਾਲ ਨਾਲ ਹਰ ਕਿਸੇ ਵਰਗ ਦੇ ਨਾਲ ਜੁੜਿਆ ਹੋਇਆ ਹੈ। ਜੀ ਹਾਂ ਦੋਸਤੋ, ਗੱਲ ਕਰੀਏ ਤਾਂ ਸਾਡਾ ਭਾਰਤ ਦੇਸ਼ ਹੀ ਨਹੀਂ, ਹੋਰ ਵੀ ਵੱਖ-ਵੱਖ ਮੁਲਕਾਂ ਦੇ ਵਿੱਚ ਜਿਹੜਾ ਹੈਗਾ ਧਰਮ ਦੇ ਨਾਂ ਤੇ ਵੱਖ-ਵੱਖ ਤਰ੍ਹਾਂ ਦੀ ਪਾਬੰਦੀਆਂ ਲਗਾਈਆਂ ਜਾਂਦੀਆਂ ਨੇ। ਜਿਹੜਾ ਹੈਗਾ ਕਈ ਤਰ੍ਹਾਂ ਦੇ ਸਖਤ ਆਦੇਸ਼ ਜਾਰੀ ਕੀਤੇ ਜਾਂਦੇ ਨੇ ਤਾਂ ਜੋ ਲੋਕ ਜਿਹੜੇ ਨੇ ਉਹਨਾਂ ਆਦੇਸ਼ਾਂ ਅਨੁਸਾਰ ਹੀ ਜਿਹੜਾ ਹੈਗਾ ਰਹਿ ਸਕਣ, ਉੱਥੇ ਆਪਣਾ ਗੁਜ਼ਾਰਾ ਕਰ ਸਕਣ, ਜਿਹੜਾ ਉਹ ਹੋਰ ਵੱਖ-ਵੱਖ ਜਿਹੜਾ ਉਹ ਆਦੇਸ਼ਾਂ ਦੀ ਪਾਲਣਾ ਕਰ ਸਕਣ। ਪਰ ਗੱਲ ਕਰੀਏ ਤਾਂ ਅਸੀਂ ਆਪਣੇ ਮੁਸਲਿਮ ਸਮਾਜ ਨਾਲ ਸੰਬੰਧਿਤ ਔਰਤਾਂ 'ਤੇ ਅਕਸਰ ਜਿਹੜਾ ਹੈਗਾ ਭਾਰਤ ਹੀ ਨਹੀਂ, ਹੋਰ ਜਿਹੜੇ ਨੇ ਮੁਸਲਿਮ ਦੇਸ਼ ਨੇ, ਉਹਨਾਂ ਸਭ ਦੇ ਵਿੱਚ ਹਿਜਾਬ ਨੂੰ ਲੈ ਕੇ ਜਿਹੜਾ ਹੈਗਾ ਇੱਕ ਵੱਖਰਾ ਹੀ ਜਿਹੜਾ ਮਾਮਲਾ ਸਾਹਮਣੇ ਆਉਂਦਾ ਹੈ। ਕਿੱਥੇ ਹਿਜਾਬ ਪਾਉਣ ਤੋਂ ਰੋਕਿਆ ਜਾਂਦਾ ਹੈ, ਕਿੱਥੇ ਜਿਹੜਾ ਹੈਗਾ ਉਹਨਾਂ ਨੂੰ ਸਖਤੀ ਨਾਲ ਹਿਜਾਬ ਪਾਉਣ ਦੇ ਆਦੇਸ਼ ਦਿੱਤੇ ਜਾਂਦੇ ਨੇ। ਇਹ ਮਾਮਲਾ ਅਕਸਰ ਚਰਚਾ ਦਾ ਜਿਹੜਾ ਹੈਗਾ ਇੱਕ ਵਿਸ਼ਾ ਬਣਿਆ ਰਹਿੰਦਾ ਹੈ ਵੀ ਕਿ ਔਰਤਾਂ ਆਖਿਰਕਾਰ ਹਿਜਾਬ ਪਾਉਣ ਜਾਂ ਨਾ ਪਾਉਣ। ਪਰ ਦੇਖੀਏ ਤਾਂ ਮੁਸਲਿਮ ਰੀਤੀ ਰਿਵਾਜ ਅਨੁਸਾਰ, ਮੁਸਲਿਮ ਸੱਭਿਆਚਾਰ ਅਨੁਸਾਰ ਜਾਂ ਮੁਸਲਿਮ ਜਿਹੜਾ ਉਹਨਾਂ ਦੇ ਆਪਣਾ ਪਹਿਰਾਵਾ ਹੈ ਉਸ ਅਨੁਸਾਰ ਦੇਖੀਏ ਤਾਂ ਔਰਤਾਂ ਪਿਛਲੇ ਲੰਬੇ ਸਮੇਂ ਤੋਂ ਹਿਜਾਬ ਪਾਉਂਦੀਆਂ ਆ ਰਹੀਆਂ ਨੇ। ਪਰ ਸਮੇਂ ਦੇ ਨਾਲ ਨਾਲ ਕੁਝ ਦੇਸ਼ਾਂ ਨੇ, ਕੁਝ ਮੁਲਕਾਂ ਨੇ ਆਪਣੇ ਨਿਯਮਾਂ 'ਚ ਬਦਲਾਅ ਕੀਤੇ। ਔਰਤਾਂ ਨੂੰ ਕਈ ਥਾਵਾਂ 'ਤੇ ਜਿੱਥੇ ਢਿੱਲ ਦਿੱਤੀ ਗਈ, ਉੱਥੇ ਕਿੱਥੇ ਕਈ ਮੁਲਕਾਂ ਦੇ ਵਿੱਚ ਹਲੇ ਤੱਕ ਔਰਤਾਂ ਨੂੰ ਹਿਜਾਬ ਪਾਉਣ ਲਈ ਸਖਤੀ ਨਾਲ ਜਿਹੜੇ ਨੇ ਆਦੇਸ਼ ਦਿੱਤੇ ਗਏ ਨੇ। ਇਸੇ ਤਰ੍ਹਾਂ ਦਾ ਇੱਕ ਮਾਮਲਾ ਜਿਹੜਾ ਹੈਗਾ ਸਾਹਮਣੇ ਆਇਆ ਹੈ ਈਰਾਨ ਦੇ ਵਿੱਚ, ਜਿੱਥੇ ਕਿ ਔਰਤਾਂ ਵੱਲੋਂ, ਚਾਹੇ ਭਾਵੇਂ ਪਹਿਲਾਂ ਦੱਸ ਦਈਏ ਈਰਾਨ ਇੱਕ ਮੁਸਲਿਮ ਦੇਸ਼ ਹੈ ਜਿੱਥੇ ਵੱਡੀ ਗਿਣਤੀ ਦੇ ਵਿੱਚ ਮੁਸਲਿਮ ਲੋਕ ਰਹਿੰਦੇ ਨੇ। ਉੱਥੇ ਔਰਤਾਂ ਵੱਲੋਂ ਹਿਜਾਬ ਨਾ ਪਾਉਣ ਨੂੰ ਲੈ ਕੇ ਇੱਕ ਲੰਬੀ ਲੜਾਈ ਜਿਹੜੀ ਹੈ ਲੜੀ ਜਾ ਰਹੀ ਸੀ। ਪਿਛਲੇ ਲੰਬੇ ਸਮੇਂ ਤੋਂ ਹਿਜਾਬ ਦਾ ਵਿਰੋਧ ਕੀਤਾ ਜਾ ਰਿਹਾ ਸੀ। ਉੱਥੇ ਅਸੀਂ ਗੱਲ ਕਰੀਏ ਆਪਣੇ ਭਾਰਤ ਦੇਸ਼ ਦੀ ਤਾਂ ਭਾਰਤ ਦੇ ਵਿੱਚ ਔਰਤਾਂ ਹਿਜਾਬ ਪਾਉਣ ਨੂੰ ਲੈ ਕੇ ਜਿਹੜਾ ਹੈਗਾ ਲੜਾਈ ਕਰ ਰਹੀਆਂ ਨੇ, ਕਿਉਂਕਿ ਜਿਹੜੇ ਈਰਾਨ ਦੇ ਵਿੱਚ ਔਰਤਾਂ ਨੂੰ ਹਿਜਾਬ ਪਾਉਣ ਦੇ ਸਖਤੀ ਨਾਲ ਆਦੇਸ਼ ਦਿੱਤੇ ਗਏ ਨੇ, ਤਾਂ ਭਾਰਤ ਦੇ ਵਿੱਚ ਮੁਸਲਿਮ ਔਰਤਾਂ ਨੂੰ ਜਿਹੜਾ ਹੈਗਾ ਹਿਜਾਬ ਨਾ ਪਾਉਣ 'ਤੇ ਜ਼ੋਰ ਦਿੱਤਾ ਜਾ ਰਿਹਾ। ਇਸ ਲਈ ਜਿੱਥੇ ਈਰਾਨ ਦੇ ਵਿੱਚ ਔਰਤਾਂ ਨਾ ਪਾਉਣ ਨੂੰ ਲੈ ਕੇ ਲੜਾਈ ਲੜ ਰਹੀਆਂ ਸੀ, ਉੱਥੇ ਹੀ ਭਾਰਤ ਦੇ ਵਿੱਚ ਹਿਜਾਬ ਪਾਉਣ ਨੂੰ ਲੈ ਕੇ ਜਿਹੜਾ ਲੜਾਈ ਲੜ ਰਹੀਆਂ। ਪਰ ਗੱਲ ਆਪਾਂ ਈਰਾਨ ਦੀ ਕਰ ਰਹੇ ਹਾਂ ਤਾਂ ਈਰਾਨ ਦੇ ਵਿੱਚ ਕਿਤੇ ਨਾ ਕਿਤੇ ਔਰਤਾਂ ਨੂੰ ਆਪਣੇ ਇਸ ਲੜਾਈ ਦੇ ਵਿੱਚ ਇੱਕ ਜਿੱਤ ਪ੍ਰਾਪਤ ਹੁੰਦੀ ਦਿਖੀ ਹੈ। ਉੱਥੇ ਔਰਤਾਂ ਦੇ ਸੰਘਰਸ਼ ਨੇ ਜਿੱਤ ਹਾਸਲ ਕੀਤੀ ਹੈ, ਕਿਉਂਕਿ ਸਤੰਬਰ ਮਹੀਨੇ ਦੇ ਵਿੱਚ ਈਰਾਨ 'ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਹਿਜਾਬ ਦਾ ਮੁੱਦਾ ਇੱਕ ਵੱਡਾ ਚਰਚਾ ਦਾ ਵਿਸ਼ਾ ਬਣ ਗਿਆ ਸੀ। ਕਿਉਂਕਿ ਉੱਥੇ ਦੇ ਇੱਕ ਵਿਦਿਆਰਥਣ ਮਹੀਸਾ ਅਮੀਨੀ ਨੂੰ ਈਰਾਨ ਦੇ ਵਿੱਚ ਸਤੰਬਰ ਮਹੀਨੇ 'ਚ ਉੱਥੇ ਦੀ ਜਿਹੜੀ ਨੈਤਿਕ ਪੁਲਿਸ ਹੈ ਗਸ਼ਤੇ ਇਰਸ਼ਾਦ, ਜੋ ਕਿ ਉੱਥੇ ਦੀ ਮੁਸਲਿਮ ਔਰਤਾਂ ਤੋਂ ਪਹਿਰਾਵੇ 'ਤੇ, ਉਹਨਾਂ ਦੇ ਹਿਜਾਬ ਪਾਉਣ ਦੇ ਢੰਗ 'ਤੇ, ਜਾਂ ਉਹਨਾਂ ਨੇ ਆਪਣੇ ਸਰੀਰ ਨੂੰ ਸਾਰਾ ਹਿਜਾਬ ਨਾਲ ਸਹੀ ਢੰਗ ਨਾਲ ਢੱਕਿਆ ਹੋਇਆ, ਉਹਨਾਂ ਦਾ ਪਹਿਰਾਵਾ ਠੀਕ ਹੈ, ਇਹਨਾਂ ਚੀਜ਼ਾਂ ਬਾਰੇ ਜਿਹੜਾ ਹੈਗਾ ਗਸ਼ਤ ਕਰਦੀ ਹੈ, ਧਿਆਨ ਰੱਖਦੀ ਹੈ। ਅਤੇ ਜਿਸ ਵੱਲੋਂ ਅਜਿਹਾ ਸਹੀ ਢੰਗ ਨਾਲ ਪਹਿਰਾਵਾ ਨਹੀਂ ਪਾਇਆ ਹੁੰਦਾ ਉਸ ਦੇ ਖਿਲਾਫ ਬਣਦੀ ਕਾਰਵਾਈ ਕਰਦੀ ਹੈ। ਅਤੇ ਜਿਹੜੀ ਉੱਥੇ ਈਰਾਨ ਦੀ ਵਿਦਿਆਰਥਣ ਸੀ ਮਹੀਸਾ ਮਹੀਸਾ ਅਮੀਨੀ, ਉਸ ਨੂੰ ਜਿਹੜਾ ਹੈਗਾ ਉੱਥੇ ਦੀ ਗਸ਼ਤੇ ਇਰਸ਼ਾਦ, ਜਿਹੜੀ ਉੱਥੇ ਦੀ ਨੈਤਿਕ ਪੁਲਿਸ ਆ, ਉਸ ਵੱਲੋਂ ਸਤੰਬਰ ਮਹੀਨੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਅਤੇ ਉੱਥੇ ਇਹਨਾਂ ਪੁਲਿਸ ਦਾ ਕਹਿਣਾ ਸੀਗਾ, ਜਿਹੜੀ ਇਹ ਵਿਸ਼ੇਸ਼ ਪੁਲਿਸ ਹੈ, ਇਸ ਦਾ ਇਹ ਮੰਨਣਾ ਸੀ ਵੀ ਉਸ ਵਿਦਿਆਰਥਣ ਵੱਲੋਂ ਜਿਹੜਾ ਹੈ ਉਹ ਆਪਣਾ ਪਹਿਰਾਵਾ ਸਹੀ ਢੰਗ ਨਾਲ ਨਹੀਂ ਪਾਇਆ ਹੋਇਆ ਸੀ। ਉਸ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਜਾਂਦਾ, ਹਿਰਾਸਤ 'ਚ ਲੈ ਕੇ ਥਾਣੇ ਲਿਜਾਇਆ ਜਾਂਦਾ, ਮਾਮਲਾ ਵੱਧਦਾ ਜਾਂਦਾ ਹੈ, ਉਸ ਦੀ ਕੁੱਟਮਾਰ ਹੁੰਦੀ ਹੈ ਪੁਲਿਸ ਹਿਰਾਸਤ ਦੇ ਵਿੱਚ। ਆਖਿਰਕਾਰ ਕੁਝ ਸਮੇਂ ਬਾਅਦ ਉਸ ਵਿਦਿਆਰਥਣ ਦੀ ਜਿਹੜੀ ਹੈ ਮੌਤ ਹੋ ਜਾਂਦੀ ਹੈ। ਉਸ ਵਿਦਿਆਰਥਣ ਦੀ ਮੌਤ ਜਿਹੜੀ ਆ ਉਹ ਹਿਜਾਬ ਦੇ ਮਸਲੇ 'ਤੇ ਹੁੰਦੀ ਹੈ। ਅਤੇ ਉਸ ਤੋਂ ਬਾਅਦ ਈਰਾਨ ਦੇ ਵਿੱਚ ਇੱਕ ਸੰਘਰਸ਼ ਭਖਦਾ, ਲਗਾਤਾਰ ਹਿਜਾਬ ਦਾ ਵਿਰੋਧ ਹੁੰਦਾ। ਵੱਡੀ ਗਿਣਤੀ 'ਚ ਔਰਤ ਸਮਾਜ ਵੱਲੋਂ ਜਿਹੜਾ ਹੈਗਾ ਧਰਨੇ, ਮੁਜ਼ਾਹਰੇ, ਜਲੂਸ ਆਦਿ ਤੱਕ ਕੱਢੇ ਜਾਂਦੇ ਨੇ। ਇਸ ਦੌਰਾਨ ਪੁਲਿਸ ਤੇ ਜਿਹੜਾ ਔਰਤਾਂ ਵਿਚਕਾਰ ਕਈ ਵਾਰ ਟਕਰਾਅ ਵੀ ਹੁੰਦਾ। ਇਸ 3 ਮਹੀਨਿਆਂ ਦੇ ਟਕਰਾਅ ਦੌਰਾਨ ਜੇ ਗੱਲ ਕਰੀਏ ਤਾਂ ਈਰਾਨ ਦੇ ਵਿੱਚ 300 ਤੋਂ ਵੱਧ ਜਿਹੜਾ ਹੈਗਾ ਮੌਤਾਂ ਵੀ ਹੋ ਚੁੱਕੀਆਂ ਨੇ, ਚਾਹੇ ਉਹ ਪੁਲਿਸ ਦੀਆਂ ਹੋਣ, ਚਾਹੇ ਉਹ ਪ੍ਰਦਰਸ਼ਨਕਾਰੀਆਂ ਦੀ ਹੋਣ। ਅਤੇ ਇਹ ਲੰਬੇ ਸਮੇਂ ਤੋਂ ਜਿਹੜਾ ਮਸਲਾ ਹੈਗਾ ਲਟਕਦਾ ਆ ਰਿਹਾ ਸੀ, ਉੱਥੇ ਸੰਘਰਸ਼ ਦੇ ਵਿੱਚ ਸੀਗਾ, ਅਤੇ ਸਰਕਾਰ ਅਤੇ ਉੱਥੇ ਮੁਸਲਿਮ ਔਰਤਾਂ ਵਿੱਚ ਇੱਕ ਟਕਰਾਅ ਦਾ ਮਾਹੌਲ ਬਣਿਆ ਹੋਇਆ ਸੀ। ਆਖਿਰਕਾਰ ਈਰਾਨ ਸਰਕਾਰ ਨੇ ਇਹ ਫੈਸਲਾ ਕਰ ਲਿਆ ਕਿਉਂਕਿ ਜਿਹੜੀ ਇਹ ਗਸ਼ਤੇ ਇਰਸ਼ਾਦ ਜਿਹੜੀ ਨੈਤਿਕ ਪੁਲਿਸ ਹੈ ਉਹ ਇਸ ਨੂੰ ਭੰਗ ਕਰ ਰਹੇ ਨੇ। ਪਰ ਹਾਲੇ ਤੱਕ ਜਿਹੜਾ ਹੈਗਾ ਇਹ ਕਈ ਚੀਜ਼ਾਂ ਸਪਸ਼ਟ ਨਹੀਂ ਹੋ ਸਕੀਆਂ ਵੀ ਕਿ ਉਹਨਾਂ ਵੱਲੋਂ ਇਹ ਜਿਹੜਾ ਪੁਲਿਸ ਜਿਹੜੀ ਹੈਗੀ ਹੈ ਵਿਸ਼ੇਸ਼ ਪੁਲਿਸ, ਇਸ ਨੂੰ ਭੰਗ ਕਰਨ ਦਾ ਤਾਂ ਭਾਵੇਂ ਫੈਸਲਾ ਲੈ ਲਿਆ, ਐਲਾਨ ਕਰ ਦਿੱਤਾ, ਪਰ ਕੀ ਉੱਥੇ ਜਿਹੜਾ ਔਰਤਾਂ ਦਾ ਮੁੱਖ ਮਕਸਦ ਸੀ, ਮੁੱਖ ਮੰਗ ਸੀਗੀ ਜਿਸ ਲਈ ਉਹ ਲੜਾਈ ਕਰ ਰਹੀਆਂ ਸੀ,
ਕੀ ਉੱਥੇ ਜਿਹੜਾ ਹੈਗਾ ਇਹ ਜਿਹੜਾ ਆਪਣਾ ਹਿਜਾਬ ਪਾਉਣ ਦੀ ਮੰਗ, ਜਿਹੜੀ ਨਾ ਪਾਉਣ ਦੀ ਮੰਗ ਔਰਤਾਂ ਕਰ ਰਹੀਆਂ ਸੀ, ਕੀ ਉਹ ਸਰਕਾਰ ਨੇ ਲਿੱਤਾ ਹੈ ਹਾਲੇ ਬਾਰੇ, ਉਸ ਬਾਰੇ ਕੁਝ ਸਪਸ਼ਟ ਨਹੀਂ ਹੋ ਸਕਿਆ। ਇਸ ਦੇ ਨਾਲ ਹੀ ਵੀ ਕਿ ਕੀ ਇਹ ਜਿਹੜੀ ਗਸ਼ਤੇ ਇਰਸ਼ਾਦ ਵਿਸ਼ੇਸ਼ ਪੁਲਿਸ ਫੋਰਸ ਸੀਗੀ, ਇਸ ਨੂੰ ਪੱਕੇ ਤੌਰ ਤੇ ਜਿਹੜਾ ਹੈਗਾ ਰੱਦ ਕਰ ਦਿੱਤਾ ਗਿਆ, ਇਸ ਬਾਰੇ ਵੀ ਹਲੇ ਕੋਈ ਸਪਸ਼ਟ ਨਹੀਂ ਹੋ ਸਕਿਆ। ਇਸ ਬਾਰੇ ਕਈ ਤਰ੍ਹਾਂ ਦੇ ਵਿਚਾਰ ਚਰਚੇ ਚੱਲ ਰਹੇ ਨੇ, ਪਰ ਉੱਥੇ ਦੀ ਹਾਲ ਦੀ ਘੜੀ ਔਰਤ ਵਰਗ ਦਾ, ਮੁਸਲਿਮ ਔਰਤਾਂ ਦਾ ਮੰਨਣਾ ਇਹੀ ਹੈ ਵੀ ਕਿ ਉਹਨਾਂ ਨੇ ਆਖਿਰਕਾਰ ਇੱਕ ਲੜਾਈ ਜਿਹੜੀ ਹੈਗੀ ਜਿੱਤ ਲਈ ਹੈ, ਕਿਉਂਕਿ ਉਹਨਾਂ ਨੇ ਹਿਜਾਬ ਨਾ ਪਾਉਣ ਨੂੰ ਦੇ ਮਸਲੇ ਤੇ ਜਿਹੜਾ ਇੱਕ ਲੜਾਈ ਲੜੀ ਸੀਗੀ, ਜਾਂ ਇੱਕ ਉਹ ਵਿਦਿਆਰਥਣ ਨੂੰ ਇਨਸਾਫ ਦਿਵਾਉਣ ਲਈ ਜਿਹੜਾ ਲੜਾਈ ਲੜੀ ਸੀ, ਜਿਸ ਦੀ ਕਿ ਪੁਲਿਸ ਹਿਰਾਸਤ ਦੇ ਵਿੱਚ ਮੌਤ ਹੋ ਗਈ, ਉੱਥੇ ਉਹਨਾਂ ਨੇ ਜਿੱਤ ਹਾਸਲ ਕਰੀ ਹੈ। ਪਰ ਦੋਸਤੋ, ਇਸ ਦੇ ਵਿੱਚੋਂ ਇੱਕ ਨਿਚੋੜ ਜਿਹੜਾ ਹੈਗਾ ਨਿਕਲ ਕੇ ਸਾਹਮਣੇ ਆਉਂਦਾ। ਈਰਾਨ ਦੀ ਗੱਲ ਕਰੀਏ ਤਾਂ ਈਰਾਨ ਦੇ ਵਿੱਚ ਸਭ ਤੋਂ ਪਹਿਲਾਂ 1936 ਦੇ ਵਿੱਚ ਜਿਹੜਾ ਹੈਗਾ ਉੱਥੇ ਦੀ ਰਾਜਾ ਵੱਲੋਂ ਇੱਕ ਐਲਾਨ ਜਾਰੀ ਕੀਤਾ ਸੀ, ਫਰਮਾਨ ਕੀਤਾ ਗਿਆ ਸੀ ਵੀ ਔਰਤਾਂ ਜਿਹੜੀਆਂ ਹੈਗੀਆਂ ਹਿਜਾਬ ਨਹੀਂ ਪਾਉਣਗੀਆਂ। ਇਹ ਗੱਲ ਆਖੀ ਗਈ ਸੀ, ਪਰ ਜਦੋਂ ਉਹਨਾਂ ਵੱਲੋਂ ਸਖਤੀ ਨਾਲ ਇਹ ਆਦੇਸ਼ ਸੁਣਾਏ ਗਏ ਵੀ ਕਿ ਔਰਤਾਂ ਹਿਜਾਬ ਨਹੀਂ ਪਾਉਣਗੀਆਂ, ਤਾਂ ਉਸ ਸਮੇਂ 1936 ਦੇ ਵਿੱਚ ਮੁਸਲਿਮ ਔਰਤਾਂ ਵੱਲੋਂ ਜਿਹੜਾ ਹੈਗਾ ਰਾਜੇ ਦੇ ਇਸ ਆਦੇਸ਼ ਦਾ ਵਿਰੋਧ ਕੀਤਾ ਗਿਆ ਸੀ। ਆਖਿਰਕਾਰ ਉਹਨਾਂ ਨੇ ਜਿਹੜਾ ਹੈਗਾ ਇਸ ਵਿਰੋਧ ਦੇ ਖਿਲਾਫ ਹਿਜਾਬ ਪਾਉਣ ਦਾ ਜਿਹੜਾ ਹੈਗਾ ਇੱਕ ਫੈਸਲਾ ਲਿਆ, ਤੇ ਸਾਰੀ ਮੁਸਲਿਮ ਔਰਤਾਂ ਨੇ ਉਸ ਸਮੇਂ ਹਿਜਾਬ ਪਾਉਣਾ ਸ਼ੁਰੂ ਕਰਤਾ ਸੀ। ਉਸ ਤੋਂ ਬਾਅਦ ਵੀ ਕਈ ਵਾਰ ਅਜਿਹੇ ਟਕਰਾਅ ਦੇ ਮਾਹੌਲ ਦੇਖਣ ਨੂੰ ਮਿਲੇ, ਤੇ ਆਖਿਰਕਾਰ 1999 ਦੇ ਵਿੱਚ ਜਿਹੜਾ ਹੈਗਾ ਇੱਕ ਵਾਰ ਫਿਰ ਇਹ ਮਸਲਾ ਜਿਹੜਾ ਹੈਗਾ ਮੁੜ ਚਰਚਾ ਦੇ ਵਿੱਚ ਆਉਂਦਾ, ਤੇ ਉਦੋਂ ਜਿਹੜਾ ਹੈਗਾ ਫਿਰ ਜਿਹੜਾ ਹੈਗਾ ਮੁਸਲਿਮ ਔਰਤਾਂ ਨੂੰ ਜਿਹੜਾ ਹੈਗਾ ਹਿਜਾਬ ਨੂੰ ਲੈ ਕੇ, ਉਸ ਦਾ ਹਿਜਾਬ ਪਾਉਣ ਨੂੰ ਲੈ ਕੇ ਗੱਲ ਕੀਤੀ ਜਾਂਦੀ ਹੈ। ਤਾਂ ਫਿਰ ਔਰਤਾਂ ਵੱਲੋਂ ਇੱਕ ਵਾਰ ਕਿਹਾ ਜਾਂਦਾ ਵੀ ਕਿ ਅਸੀਂ ਹਿਜਾਬ ਨਹੀਂ ਪਾਵਾਂਗੀ, ਫਿਰ ਉਸ ਤੋਂ ਬਾਅਦ ਮੁੜ ਸਖਤਾਈ ਹੁੰਦੀ ਹੈ। 2006 ਤੋਂ ਬਾਅਦ ਈਰਾਨ ਦੇ ਵਿੱਚ ਬਹੁਤ ਹੀ ਸਖਤਾਈ ਕਰ ਦਿੱਤੀ ਜਾਂਦੀ ਹੈ। ਇਹ ਵਿਸ਼ੇਸ਼ ਤੌਰ 'ਤੇ ਪੁਲਿਸ ਬਣਾ ਦਿੱਤੀ ਜਾਂਦੀ ਹੈ ਵੀ ਕਿ ਜੋ ਕਿ ਧਿਆਨ ਹੀ ਇਸ ਚੀਜ਼ 'ਤੇ ਰੱਖੇਗੀ ਵੀ ਕਿ ਉੱਥੇ ਦੀਆਂ ਮੁਸਲਿਮ ਔਰਤਾਂ ਜਿਹੜੀਆਂ ਨੇ ਉਹ ਹਿਜਾਬ ਪਾ ਕੇ ਰੱਖਣਗੀਆਂ। ਹਿਜਾਬ ਪਾਉਣ ਦੇ ਨਾਲ ਨਾਲ ਆਪਣੇ ਸਰੀਰ ਨੂੰ ਪੂਰਾ ਜਿਹੜਾ ਹਿਜਾਬ ਨਾਲ ਢੱਕਣਗੀਆਂ, ਸਿਰ ਤੱਕ ਢੱਕਿਆ ਹੋਵੇਗਾ। ਅਤੇ ਇਸ ਤਰ੍ਹਾਂ ਦੇ ਕਈ ਤਰ੍ਹਾਂ ਦੇ ਸਖਤ ਫੈਸਲੇ ਜਿਹੜੇ ਹੈਗੇ ਨੇ ਉੱਥੇ ਈਰਾਨ ਦੇ ਵਿੱਚ ਲਏ ਗਏ, ਅਤੇ ਆਖਿਰਕਾਰ ਜਿਹੜਾ ਹੈਗਾ ਇਹ ਸਾਰੀਆਂ ਚੀਜ਼ਾਂ ਦਾ ਇਹੀ ਨਿਕਲ ਕੇ ਆਉਂਦਾ ਵੀ ਕਿ ਭਾਰਤ ਹੀ ਨਹੀਂ, ਈਰਾਨ ਹੋ ਗਿਆ, ਹੋਰ ਵੱਖ-ਵੱਖ ਚਾਹੇ ਕਿਸੇ ਧਰਮ ਨਾਲ ਸੰਬੰਧਿਤ ਦੇਸ਼ ਨੇ, ਉਹਨਾਂ ਵੱਲੋਂ ਧਰਮ ਦੇ ਨਾਂ 'ਤੇ ਜਿਹੜਾ ਹੈਗਾ ਕਈ ਤਰ੍ਹਾਂ ਦੇ ਪਾਬੰਦੀਆਂ ਲਗਾਈਆਂ ਜਾਂਦੀਆਂ ਨੇ, ਸਖਤੀ ਦਾ ਜਿਹੜਾ ਉੱਥੇ ਰੁਖ ਅਖਤਿਆਰ ਕੀਤਾ ਜਾਂਦਾ। ਪਰ ਸਖਤੀ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ, ਕਿਉਂਕਿ ਗੱਲ ਕਰੀਏ ਈਰਾਨ ਦੀ ਤਾਂ ਈਰਾਨ ਦੇ ਵਿੱਚ ਅਸੀਂ ਦੇਖਦੇ ਹਾਂ ਜਦੋਂ ਔਰਤਾਂ ਨੂੰ ਕਿਹਾ ਗਿਆ ਉਹ ਹਿਜਾਬ ਨਾ ਪਾਉਣ, ਤਾਂ ਉਹਨਾਂ ਵੱਲੋਂ ਆਪ ਮੁਹਾਰੇ ਹੋ ਕੇ ਹਿਜਾਬ ਪਾਉਣ ਦਾ ਸੱਦਾ ਦਿੱਤਾ ਗਿਆ। ਜਦੋਂ ਉਹਨਾਂ ਨੂੰ ਕਿਹਾ ਗਿਆ ਵੀ ਕਿ ਹਿਜਾਬ ਪਾਉਣਾ ਹੈ, ਤਾਂ ਉਹਨਾਂ ਵੱਲੋਂ ਹਿਜਾਬ ਦਾ ਵਿਰੋਧ ਕੀਤਾ ਜਾ ਰਿਹਾ। ਇਸੇ ਤਰ੍ਹਾਂ ਗੱਲ ਕਰੀਏ ਭਾਰਤ ਦੇਸ਼ ਦੀ, ਭਾਰਤ ਦੇ ਵਿੱਚ ਵੀ ਜਿਹੜਾ ਹੈਗਾ ਪਿਛਲੇ ਸਮੇਂ ਦੇ ਵਿੱਚ ਤਾਂ ਹਿਜਾਬ ਨੂੰ ਲੈ ਕੇ ਕੋਈ ਸਖਤੀ ਦਾ ਰੁਖ ਅਖਤਿਆਰ ਨਹੀਂ ਸੀਗਾ, ਨਾ ਹੀ ਦੇਸ਼ ਭਰ ਦੇ ਵਿੱਚ ਕੋਈ ਇੱਕ ਸੁਰ ਹੋ ਕੇ ਜਿਹੜਾ ਇਸ ਤਰ੍ਹਾਂ ਹੀ ਸਰਕਾਰ ਵੱਲੋਂ ਫੈਸਲਾ ਲਿਆ ਗਿਆ। ਪਰ ਗੱਲ ਕਰੀਏ ਤਾਂ ਪਿਛਲੇ ਸਮੇਂ ਦੌਰਾਨ ਦੇਸ਼ ਦੇ ਵਿੱਚ ਕੁਝ ਅਜਿਹੀ ਘਟਨਾਵਾਂ ਸਾਹਮਣੇ ਮਿਲੀਆਂ, ਚਾਹੇ ਉਹ ਕਰਨਾਟਕ ਦੇ ਵਿੱਚ ਹੋਵੇ, ਹੋਰਨਾਂ ਸੂਬਿਆਂ ਦੇ ਵਿੱਚ ਹੋਵੇ, ਜਿੱਥੇ ਇੱਕ ਵਿਸ਼ੇਸ਼ ਕਾਲਜ ਦੇ ਵਿੱਚ, ਸਕੂਲ ਦੇ ਵਿੱਚ ਲੜਕੀਆਂ ਨੂੰ ਜਿਹੜਾ ਹੈਗਾ ਹਿਜਾਬ ਪਾ ਕੇ ਹੀ ਜਿਹੜਾ ਹੈਗਾ ਕਾਲਜ ਅਤੇ ਸਕੂਲ ਦੇ ਵਿੱਚ ਦਾਖਲ ਹੋਣ ਦਾ ਸੱਦਾ ਦਿੱਤਾ ਗਿਆ। ਉਹਨਾਂ ਨੂੰ ਆਦੇਸ਼ ਦਿੱਤੇ ਗਏ ਨੇ ਵੀ ਕਿ ਇਸ ਤੋਂ ਬਿਨਾਂ ਉਹਨਾਂ ਨੂੰ ਸਕੂਲ 'ਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਤਾਂ ਇੱਥੇ ਜਿਹੜਾ ਹੈਗਾ ਉਹਨਾਂ ਨੇ ਕਿਹਾ ਵੀ ਕਿ ਜੇ ਅਸੀਂ ਤਾਂ ਹਿਜਾਬ ਪਾ ਕੇ ਹੀ ਆਵਾਂਗੇ, ਅਤੇ ਉਹਨਾਂ ਨੇ ਹਿਜਾਬ ਪਾ ਕੇ ਆਉਣ ਦਾ ਜਿਹੜਾ ਹੈਗਾ ਮੁਸਲਿਮ ਔਰਤਾਂ ਨੇ, ਮੁਸਲਿਮ ਲੜਕੀਆਂ ਨੇ ਸੱਦਾ ਦਿੱਤਾ। ਇਸ ਲਈ ਇਸ ਚੀਜ਼ ਤੋਂ ਸਪਸ਼ਟ ਹੁੰਦੀ ਹੈ, ਚਾਹੇ ਉਹ ਈਰਾਨ ਦੀ ਐਗਜ਼ਾਮਪਲ ਦੇਖੀਏ, ਭਾਰਤ ਦੀ ਦੇਖੀਏ, ਹੋਰ ਵੀ ਕਈ ਮੁਲਕ ਨੇ ਜਿਹੜੇ ਇਸ ਤਰ੍ਹਾਂ ਦੀ ਉੱਥੇ ਉਦਾਹਰਨਾਂ ਸਾਨੂੰ ਦੇਖਣ ਨੂੰ ਮਿਲ ਜਾਣਗੀਆਂ ਵੀ ਕਿ ਜਿੱਥੇ ਸਰਕਾਰਾਂ ਵੱਲੋਂ ਜਦੋਂ ਜਬਰੀ ਕੋਈ ਵੀ ਆਦੇਸ਼ ਲੋਕਾਂ 'ਤੇ ਜਾਂ ਇੱਕ ਵਿਸ਼ੇਸ਼ ਧਰਮ ਦੇ ਲੋਕਾਂ 'ਤੇ ਥੋਪਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਤਾਂ ਉਸ ਦਾ ਹਮੇਸ਼ਾ ਹੀ ਵਿਰੋਧ ਹੁੰਦਾ ਹੈ, ਲੋਕ ਉਸ ਦਾ ਵਿਰੋਧ ਕਰਦੇ ਨੇ। ਇਸ ਲਈ ਲੋੜ ਇਹੀ ਹੈ ਵੀ ਕਿ ਧਰਮ ਦੇ ਨਾਮ 'ਤੇ ਅਜਿਹੀ ਪਾਬੰਦੀਆਂ ਦੀ ਥਾਂ 'ਤੇ ਲੋਕਾਂ ਨੂੰ ਆਪ ਮੁਹਾਰੇ ਹੋ ਕੇ ਅੱਜ ਦੇ ਸਮੇਂ ਦੇ ਵਿੱਚ ਲੋਕਾਂ ਨੂੰ ਆਪਣੇ ਫੈਸਲੇ ਲੈਣ ਦਿੱਤੇ ਜਾਣ, ਕਿਉਂਕਿ ਜ਼ਿੰਦਗੀ ਉਹਨਾਂ ਦੀ ਹੈ। ਉਹ ਆਪ ਜਿਹੜਾ ਹੈਗਾ ਫੈਸਲੇ ਲੈਣ ਵੀ ਕਿ ਉਹਨਾਂ ਨੇ ਕਿਸ ਤਰ੍ਹਾਂ ਦਾ ਜਿਹੜਾ ਪਹਿਰਾਵਾ ਪਾਉਣਾ, ਕਿਹਨਾਂ ਨਿਯਮਾਂ ਨੂੰ ਲਾਗੂ ਕਰਨਾ, ਕਿਹੜੇ ਧਰਮ ਨੂੰ ਮੰਨਣਾ, ਇਹ ਲੋਕਾਂ ਦਾ ਆਪਣੀ ਮਰਜ਼ੀ ਹੈ, ਆਪਣਾ ਜਿਹੜਾ ਉਹਨਾਂ ਦੀ ਆਪਣੀ ਮਰਜ਼ੀ ਨਾਲ ਇਹ ਕਰ ਸਕਦੇ ਨੇ। ਇਸ 'ਤੇ ਸਰਕਾਰਾਂ ਨੂੰ ਕਿਸੇ ਢੰਗ ਤਰੀਕੇ ਨਾਲ ਸਖਤੀ ਨਹੀਂ ਕਰਨੀ ਚਾਹੀਦੀ, ਅਤੇ ਸਰਕਾਰਾਂ ਨੂੰ ਇਹ ਲੋਕਾਂ 'ਤੇ ਛੱਡਣਾ ਚਾਹੀਦਾ। ਇਸ ਦੇ ਨਾਲ ਹੀ ਦੋਸਤੋ ਗੱਲ ਕਰੀਏ ਤਾਂ ਅੱਜ ਗੁਜਰਾਤ ਦੇ ਵਿੱਚ ਵਿਧਾਨ ਸਭਾ ਚੋਣਾਂ ਦਾ ਦੂਜਾ ਗੇੜ ਚੱਲ ਰਿਹਾ, ਜਿੱਥੇ ਕਿ ਅੱਜ 93 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ, ਕਿਉਂਕਿ ਗੁਜਰਾਤ ਦੀਆਂ 182 ਸੀਟਾਂ ਦੇ ਵਿੱਚੋਂ 79 ਸੀਟਾਂ 'ਤੇ ਜਿਹੜਾ ਹੈਗਾ ਪਹਿਲਾਂ ਵੋਟਾਂ ਪੈ ਚੁੱਕੀਆਂ, ਅਤੇ ਰਹਿੰਦੀਆਂ ਜਿਹੜੀਆਂ 93 ਸੀਟਾਂ ਸੀਗੀਆਂ, ਉਹਨਾਂ 93 ਸੀਟਾਂ 'ਤੇ ਅੱਜ ਜਿਹੜੀ ਹੈਗੀਆਂ ਚੋਣਾਂ ਚੱਲ ਰਹੀਆਂ। ਇਹ ਚੋਣਾਂ ਸਵੇਰ ਤੋਂ ਜਿਹੜਾ ਚੱਲ ਰਹੀਆਂ ਸੀ, ਭਾਵੇਂ ਸਵੇਰੇ 8 ਵਜੇ ਵੋਟਿੰਗ ਸ਼ੁਰੂ ਹੋ ਗਈ ਸੀ, ਅਤੇ ਵੋਟਿੰਗ ਦੌਰਾਨ ਸ਼ੁਰੂਆਤ ਦੇ ਵਿੱਚ ਜਿਹੜਾ ਉੱਥੇ
ਵੋਟਿੰਗ ਪ੍ਰਕਿਰਿਆ ਜਿਹੜੀ ਹੈ ਉੱਥੇ ਮੱਠੀ ਦਿਖਾਈ ਦਿੱਤੀ ਹੈ। ਟਾਮਾਟੱਲਾ ਵੋਟਰ ਹੀ ਜਿਹੜੇ ਨੇ ਵੋਟਾਂ ਪਾਉਣ ਲਈ ਨਿਕਲ ਰਹੇ ਸੀ, ਪਰ ਗੱਲ ਕਰੀਏ ਤਾਂ ਜਿਵੇਂ ਜਿਵੇਂ ਦਿਨ ਚੜ੍ਹਦਾ ਗਿਆ ਉੱਥੇ ਵੋਟਿੰਗ ਦੀ ਪ੍ਰਕਿਰਿਆ ਵੀ ਤੇਜ਼ ਹੁੰਦੀ ਗਈ ਹੈ ਅਤੇ ਦੁਪਹਿਰ 3 ਵਜੇ ਦਾ ਜਿਹੜਾ ਆંકੜਾ ਸਾਡੇ ਕੋਲ ਸਾਹਮਣੇ ਆਇਆ ਤਾਂ ਉੱਥੇ 50% ਤੱਕ ਵੋਟਿੰਗ ਹੋ ਚੁੱਕੀ ਹੈ ਅਤੇ ਹਲੇ ਵੋਟਿੰਗ ਦਾ ਸਮਾਂ ਪਿਆ ਹੈ, ਵੋਟਿੰਗ ਜਾਰੀ ਹੈ। ਦੇਖਣਾ ਇਹੀ ਹੋਵੇਗਾ ਉੱਥੇ ਵੋਟਿੰਗ ਕਿੰਨੀ ਹੋਵੇਗੀ, ਪਰ ਅਸੀਂ ਤੁਹਾਨੂੰ ਕੁਝ ਆંકੜੇ ਦੱਸੀਏ ਤਾਂ ਇਹਨਾਂ 93 ਸੀਟਾਂ 'ਤੇ ਜਿਹੜਾ ਹੈਗਾ ਹੁਣ ਤੱਕ 833 ਉਮੀਦਵਾਰ ਚੋਣ ਮੈਦਾਨ 'ਚ ਉਤਰੇ ਹੋਏ ਨੇ ਅਤੇ ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਜਲਦ ਆ ਜਾਏਗਾ। 2 ਦਿਨ ਹੀ ਵਿੱਚ ਰਹਿ ਗਏ ਨੇ, ਕਿਉਂਕਿ 8 ਦਸੰਬਰ ਨੂੰ ਵੋਟਾਂ ਦੀ ਗਿਣਤੀ ਹੋਣੀ ਹੈ ਅਤੇ ਪਹਿਲੇ ਗੇੜ ਦੇ ਵਿੱਚ ਜਿਹੜੇ 79 ਸੀਟਾਂ 'ਤੇ ਵੋਟਿੰਗ ਹੋਈ ਸੀ ਉੱਥੇ 788 ਉਮੀਦਵਾਰ ਚੋਣ ਮੈਦਾਨ 'ਚ ਉਤਰੇ ਸੀ ਅਤੇ ਅੱਜ 833 ਨੇ ਅਤੇ ਸਾਰਿਆਂ ਦੀ ਕਿਸਮਤ ਦਾ ਫੈਸਲਾ ਅੱਜ ਜਿਹੜਾ ਹੈਗਾ ਉੱਥੇ EVM ਮਸ਼ੀਨਾਂ ਦੇ ਵਿੱਚ ਬੰਦ ਹੋ ਜਾਏਗਾ ਅਤੇ 8 ਦਸੰਬਰ ਨੂੰ ਗੁਜਰਾਤ ਹੀ ਨਹੀਂ, ਗੁਜਰਾਤ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਦੀ ਵੋਟਾਂ ਦੀ ਗਿਣਤੀ ਵੀ ਜਿਹੜਾ ਹੈਗਾ ਰੱਖੀ ਗਈ ਹੈ। ਦੋਵਾਂ ਸੂਬਿਆਂ ਦੇ ਚੋਣ ਨਤੀਜੇ ਜਿਹੜੇ ਨੇ 8 ਦਸੰਬਰ ਨੂੰ ਇਸ ਸਮੇਂ ਤੱਕ ਸਪਸ਼ਟ ਹੋ ਜਾਣਗੇ ਵੀ ਕਿ ਉੱਥੇ ਕਿਸ ਦੀ ਸਰਕਾਰ ਬਣਦੀ ਹੈ। ਕਿ ਉੱਥੇ ਜਿਹੜਾ ਕੇਂਦਰ ਸਰਕਾਰ ਵੱਲੋਂ ਡਬਲ ਇੰਜਨ ਸਰਕਾਰ ਦਾ ਦੋਵੇਂ ਸੂਬਿਆਂ 'ਚ ਨਾਅਰਾ ਦਿੱਤਾ ਗਿਆ ਸੀ। ਪ੍ਰਧਾਨ ਮੰਤਰੀ, ਕੇਂਦਰੀ ਗ੍ਰਹਿ ਮੰਤਰੀ ਸਣੇ ਰੱਖਿਆ ਮੰਤਰੀ ਹੋ ਗਿਆ, ਹੋਰ ਵੱਖ-ਵੱਖ ਜਿਹੜੇ ਕੇਂਦਰੀ ਮੰਤਰੀਆਂ ਵੱਲੋਂ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿੱਚ ਪ੍ਰਚਾਰ ਕੀਤਾ ਗਿਆ, ਜ਼ੋਰ ਸ਼ੋਰ ਨਾਲ ਕੀਤਾ ਗਿਆ। ਮੁੱਖ ਤੌਰ 'ਤੇ ਗੱਲ ਕਰੀਏ ਤਾਂ ਕੇਂਦਰ ਸਰਕਾਰ ਲਈ ਗੁਜਰਾਤ ਇੱਕ ਅਹਿਮ ਜਿਹੜਾ ਹੈਗਾ ਸੂਬਾ ਬਣਿਆ ਹੋਇਆ, ਉਹਨਾਂ ਲਈ ਜਿਹੜਾ ਹੈਗਾ ਇੱਕ ਇੱਜ਼ਤ ਦਾ ਸਵਾਲ ਬਣਿਆ, ਕਿਉਂਕਿ ਗੁਜਰਾਤ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੋਵੇਂ ਹੀ ਗੁਜਰਾਤ ਨਾਲ ਸੰਬੰਧਿਤ ਨੇ ਅਤੇ ਇਸ ਲਈ ਜਿਹੜਾ ਹੈਗਾ ਗੁਜਰਾਤ 'ਤੇ ਜਿੱਤ ਹਾਸਲ ਕਰਨਾ ਇੱਕ ਭਾਜਪਾ ਲਈ ਵਕਾਰ ਦਾ ਸਵਾਲ ਵੀ ਬਣਿਆ ਹੋਇਆ। ਇਸ ਲਈ ਭਾਜਪਾ ਨੇ ਮੁੱਖ ਤੌਰ 'ਤੇ ਜਿਹੜਾ ਆਪਣਾ ਫੋਕਸ ਹੈ ਉਹ ਗੁਜਰਾਤ ਵਿੱਚ ਲਾਈ ਰੱਖਿਆ ਅਤੇ ਗੁਜਰਾਤ ਉਹ ਕਿਸੇ ਵੀ ਹਾਲ 'ਚ ਜਿਹੜਾ ਆਪਣੇ ਹੱਥੋਂ ਗਵਾਉਣਾ ਨਹੀਂ ਚਾਹੁੰਦੇ। ਪਰ ਦੂਜੇ ਪਾਸੇ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਵੀ ਜਿਹੜਾ ਉਹ ਉੱਥੇ ਭਾਵੇਂ ਚੋਣ ਪ੍ਰਚਾਰ ਤਾਂ ਕਰ ਰਹੀ ਹੈ, ਪਰ ਉੱਥੇ ਕੋਈ ਉਸਦੇ ਵੱਡੇ ਲੀਡਰ ਜਿਹੜੇ ਨੇ ਚੋਣ ਮੈਦਾਨ 'ਚ ਨਹੀਂ ਉਤਰਦੇ ਦਿਖਾਈ ਦਿੱਤੇ। ਇਸ ਲਈ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਇਸ ਵਾਰ ਗੁਜਰਾਤ ਦੇ ਵਿੱਚ ਪਿੱਛੇ ਰਹਿੰਦੀ ਦਿਖਾਈ ਦੇ ਰਹੀ ਹੈ। ਪਰ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਤਾਂ ਆਮ ਆਦਮੀ ਪਾਰਟੀ ਭਾਵੇਂ ਉੱਥੇ ਵਿਧਾਨ ਸਭਾ ਚੋਣਾਂ 'ਚ ਪਹਿਲੀ ਵਾਰ ਹਿੱਸਾ ਲੈ ਰਹੀ ਹੈ, ਪਰ ਆਮ ਆਦਮੀ ਪਾਰਟੀ ਵੱਲੋਂ ਜ਼ੋਰ ਸ਼ੋਰ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ। ਉੱਥੇ ਜਿਹੜਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਮੁੱਚੀ ਪੰਜਾਬ ਅਤੇ ਦਿੱਲੀ ਦੀ ਕੈਬਨਿਟ ਨੇ ਗੁਜਰਾਤ ਦੇ ਵਿੱਚ ਜਿਹੜੇ ਡੇਰੇ ਲਾਏ, ਲੰਬਾ ਉੱਥੇ ਚੋਣ ਪ੍ਰਚਾਰ ਕੀਤਾ, ਲੋਕਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ। ਉੱਥੇ ਵੀ ਜਿਹੜਾ ਹੈਗਾ ਪੰਜਾਬ ਦੀ ਤਰਜ਼ 'ਤੇ ਔਰਤਾਂ ਨੂੰ 1000 ਪੈਨਸ਼ਨ ਹੋ ਗਿਆ, ਮੁਫਤ ਬਿਜਲੀ ਹੋ ਗਿਆ, ਹੋਰ ਵੱਖ-ਵੱਖ ਤਰ੍ਹਾਂ ਦੇ ਜਿਹੜੇ ਗਰੰਟੀਆਂ ਦਿੱਤੀਆਂ ਗਈਆਂ ਨੇ। ਹੁਣ ਦੇਖਣਾ ਇਹੀ ਹੋਵੇਗਾ ਵੀ ਕਿ ਕੀ ਬਣੇਗਾ, ਪਰ ਆਮ ਆਦਮੀ ਪਾਰਟੀ ਨੂੰ ਇੱਕ ਚੀਜ਼ ਸਪਸ਼ਟ ਤੌਰ 'ਤੇ ਦਿਖਾਈ ਦੇ ਰਹੀ ਹੈ ਵੀ ਕਿ ਭਾਵੇਂ ਉੱਥੇ ਸੱਤਾ 'ਚ ਆਵੇ ਜਾਂ ਨਾ ਆਵੇ, ਵੀ ਕਿ ਜਿਸ ਹਿਸਾਬ ਸਿਰ ਉੱਥੇ ਦੀ ਰਿਪੋਰਟਾਂ ਮਿਲ ਰਹੀਆਂ ਨੇ, ਉੱਥੇ ਦੇ ਆંકੜੇ ਸਾਹਮਣੇ ਆ ਰਹੇ ਨੇ ਵੀ ਕਿ ਆਮ ਆਦਮੀ ਪਾਰਟੀ ਦਾ 8 ਦਸੰਬਰ ਦੇ ਚੋਣ ਨਤੀਜਿਆਂ ਤੋਂ ਬਾਅਦ ਕੌਮੀ ਪਾਰਟੀ ਬਣਨਾ ਤੈਅ ਹੈ। ਇਹ ਗੁਜਰਾਤ ਦੇ ਜਿਹੜੇ ਹੁਣ ਤੱਕ ਦੀ ਰਿਪੋਰਟਾਂ ਉੱਥੇ ਸਾਹਮਣੇ ਆ ਰਹੀਆਂ ਨੇ ਵੀ ਕਿ 8 ਦਸੰਬਰ ਤੋਂ ਬਾਅਦ ਆਮ ਆਦਮੀ ਪਾਰਟੀ ਕੌਮੀ ਰਾਜਨੀਤੀ 'ਚ ਪੈਰ ਰੱਖਣ ਜਾ ਰਹੀ ਹੈ, ਉਸਨੂੰ ਕੌਮੀ ਰਾਜਨੀਤਿਕ ਪਾਰਟੀ ਦਾ ਦਰਜਾ ਮਿਲ ਜਾਏਗਾ, ਇਹ ਤੈਅ। ਪਰ ਅਸਲ ਨਤੀਜੇ ਜਿਹੜੇ ਨੇ 8 ਦਸੰਬਰ ਨੂੰ ਹੀ ਪਤਾ ਲੱਗਣਗੇ ਵੀ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਦੇ ਵਿੱਚ ਕਿਹੜੀ ਰਾਜਨੀਤਿਕ ਪਾਰਟੀ ਸਰਕਾਰ ਬਣਾਉਣ ਜਾ ਰਹੀ ਹੈ। ਲੋਕਾਂ ਨੇ ਆਪਣਾ ਫੈਸਲਾ ਵੋਟ ਦੇ ਰੂਪ 'ਚ EVM ਮਸ਼ੀਨਾਂ 'ਚ ਬੰਦ ਕਰਵਾ ਦਿੱਤਾ, ਉਹਨਾਂ ਨੇ ਵੋਟ ਪਾ ਦਿੱਤੀ ਹੈ ਅਤੇ 8 ਦਸੰਬਰ ਨੂੰ ਲੋਕਾਂ ਦਾ ਫੈਸਲਾ ਪਤਾ ਲੱਗ ਜਾਵੇਗਾ। ਫਿਰ ਪਤਾ ਲੱਗੇਗਾ ਕਿ ਭਾਜਪਾ ਵੱਲੋਂ ਜਾਂ ਕੇਂਦਰ ਸਰਕਾਰ ਵੱਲੋਂ ਲੋਕਾਂ ਦੇ ਹਿੱਤ 'ਚ ਜਿਹੜੇ 8 ਸਾਲਾਂ ਤੋਂ ਵੱਡੇ ਪੱਧਰ 'ਤੇ ਇੱਕ ਨਾਅਰਾ ਦਿੱਤਾ ਜਾ ਰਿਹਾ ਲੋਕ ਹਿੱਤ ਦਾ, ਸਬਕਾ ਸਾਥ ਸਬਕਾ ਵਿਕਾਸ ਸਬਕਾ ਵਿਸ਼ਵਾਸ ਦਾ, ਵੀ ਕਿ ਆਖਿਰ ਉਹ ਲੋਕਾਂ ਦੇ ਵਿੱਚ ਇਹ ਨਾਅਰੇ ਨੂੰ ਜਿਹੜਾ ਹੈਗਾ ਅਮਲੀ ਰੂਪ ਦੇਣ 'ਚ ਕਿੰਨਾ ਕਾਮਯਾਬ ਹੋ ਸਕੇ ਨੇ, ਇਹ ਤਾਂ 8 ਦਸੰਬਰ ਨੂੰ ਹੀ ਪਤਾ ਲੱਗੇਗਾ। ਅਤੇ 8 ਦਸੰਬਰ ਨੂੰ ਜੋ ਵੀ ਚੋਣ ਨਤੀਜੇ ਹੋਣਗੇ ਅਸੀਂ ਤੁਹਾਡੇ ਸਾਹਮਣੇ ਜ਼ਰੂਰ ਰੱਖਾਂਗੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ 'ਤੇ ਫਿਰ ਗੱਲ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।